सियासत, वपार, खेडां ते फिल्म जगत दे नाल देश दुनिया की हर वड्डी खबर दे लई हुणे डाउनलोड करो देश की नंबर 1 न्यूज़ ऐप दैनिक सवेरा टाइम्स। ਲੋਕਡਾਊਨ ਦੇ ਵਿੱਚ ਜ਼ਰੂਰਤਮੰਦਾਂ ਦੀ ਮਦਦ ਕਰਨ ਵਾਲੀਆਂ ਧਾਰਮਿਕ ਸੰਸਥਾਵਾਂ ਦਾ ਐਮਪੀ ਰਵਨੀਤ ਬਿੱਟੂ ਨੇ ਧੰਨਵਾਦ ਕੀਤਾ। ਬਿੱਟੂ ਨੇ ਕਿਹਾ ਕਿ ਗੁਰਦੁਆਰਿਆਂ ਅਤੇ ਰਾਧਾ ਸੁਆਮੀ ਡੇਰਾ ਬਿਆਸ ਦੇ ਸਹਿਯੋਗ ਨਾਲ ਰੋਜ਼ਾਨਾ ਲੱਖਾਂ ਲੋਕਾਂ ਨੂੰ ਭੋਜਨ ਛਕਾਇਆ ਜਾ ਰਿਹਾ ਹੈ। ਰਵਨੀਤ ਬਿੱਟੂ ਨੇ ਡੇਰਾ ਰਾਧਾ ਸੁਆਮੀ ਬਿਆਸ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਰਾਧਾ ਸੁਆਮੀ ਡੇਰਾ ਬਿਆਸ ਦੇ ਵੱਖ-ਵੱਖ ਸਤਸੰਗ ਘਰਾਂ 'ਚ ਰੋਜ਼ਾਨਾ ਕਰੀਬ 4,75,000 ਪੈਕੇਟ ਤਿਆਰ ਕਰਕੇ ਲੋਕਾਂ ਨੂੰ ਭੋਜਨ ਭੇਜਿਆ ਜਾ ਰਿਹਾ ਹੈ। ਦੇਖੋ, ਆਪਾਂ ਪਿਛਲੇ ਲੰਬੇ ਦਿਨਾਂ ਤੋਂ ਇਹ ਕਰੋਨਾ ਮਹਾਮਾਰੀ ਦਾ, ਕੋਵਿਡ-19 ਦਾ ਦੁਨੀਆ ਸਾਹਮਣਾ ਕਰ ਰਹੀ ਹੈ। ਪਰ ਇਹ ਦੇਖੋ ਵੀ ਆਪਣੇ ਪੰਜਾਬੀ, ਖਾਸ ਤੌਰ ਤੇ ਸਿੱਖ, ਜਿਨ੍ਹਾਂ ਦਾ ਇਸ ਮਹਾਮਾਰੀ 'ਚ ਮੈਂ ਸਮਝਦਾ ਜੇ ਅੱਜ ਸਭ ਤੋਂ ਵੱਧ ਲੋਕ ਕਿਸੇ ਦਾ ਧੰਨਵਾਦ ਕਰ ਰਹੇ ਆ, ਸ਼ੁਕਰੀਆ ਕਰ ਰਿਹਾ, ਤਾਂ ਉਹ ਇਸ ਕੌਮ ਦਾ ਤੇ ਪੰਜਾਬੀਆਂ ਦਾ ਕਰ ਰਿਹਾ। ਸਾਰੀ ਦੁਨੀਆ 'ਚ ਜਿੱਥੇ ਜਿੱਥੇ ਵੀ ਨਿਸ਼ਾਨ ਸਾਹਿਬ ਝੂਲ ਰਹੇ ਆ, ਗੁਰਦੁਆਰੇ ਸਾਹਿਬਾਨਾਂ 'ਚ ਲੰਗਰਾਂ ਦੀ ਸੇਵਾ ਚੱਲ ਰਹੀ ਹੈ, NGOs ਵੱਡੀਆਂ ਵੱਡੀਆਂ ਸਾਡੇ ਜਿਹੜੀਆਂ ਹੈ ਉਹ ਸੇਵਾ ਕਰ ਰਹੀਆਂ। ਇਸੇ ਤਰੀਕੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੇ ਮੈਂ ਗੱਲ ਕਰ ਲਾਂ ਤੇ ਤਕਰੀਬਨ ਰੋਜ਼ ਦਾ ਜੋ ਗਵਰਨਮੈਂਟ ਦੇ ਕੋਲ ਡਾਟੇ ਆ 1.25 ਲੱਖ ਤੋਂ ਉੱਤੇ ਰੋਜ਼ ਦਾ ਇੱਕ ਟਾਈਮ ਨਹੀਂ, ਤਿੰਨੋਂ ਟਾਈਮ, ਸਵੇਰੇ, ਸ਼ਾਮ, ਦੁਪਹਿਰੇ 1.25 ਲੱਖ ਤੋਂ ਉੱਤੇ ਜਿਹੜਾ ਹੈ ਉਹ ਲੋਕਾਂ ਦਾ ਲੰਗਰ ਤਿਆਰ ਹੋ ਕੇ ਗਵਰਨਮੈਂਟ ਨੂੰ ਹੈਂਡਓਵਰ ਕਰ ਦਿੱਤਾ ਜਾਂਦਾ ਹੈ। ਗਵਰਨਮੈਂਟ ਦੱਸਦੀ ਹੈ ਵੀ ਇੱਥੇ ਇੱਥੇ ਸਾਨੂੰ ਚਾਹੀਦਾ, ਉਹ ਉੱਥੇ ਦੇ ਦਿੰਦੇ। ਇਸ ਤਰੀਕੇ ਨਾਲ ਮਾਹੌਲ ਬਣਾ ਕੇ ਤੇ ਚਾਹੇ ਪ੍ਰਧਾਨ ਨੇ ਦਿੱਲੀ ਕਮੇਟੀ ਦੇ ਸਿਰਸਾ ਸਾਹਿਬ, ਉਹਨਾਂ ਦੀ ਸਾਰੀ ਟੀਮ, ਇਸ ਤਰੀਕੇ ਨਾਲ ਉਹਨਾਂ ਨੇ ਮੈਨੇਜ ਕੀਤਾ। ਤਕਰੀਬਨ 450 ਲੋਕ ਨੇ, ਮੈਨੂੰ ਪਤਾ ਲੱਗਿਆ ਕਿ ਜਿਹੜੇ ਲੰਗਰ ਦੀ ਸੇਵਾ ਕਰਨ ਰੋਜ਼ ਆਉਂਦੇ। ਚਲੋ, ਵੱਖ-ਵੱਖ ਚੈਨਲਾਂ ਰਾਹੀਂ, ਮੀਡੀਆ ਰਾਹੀਂ ਗੱਲਾਂ ਦੱਸਣੀਆਂ ਵੀ ਪੈਂਦੀਆਂ ਨੇ, ਤੇ ਜਦੋਂ ਉਹ ਰੋਜ਼ ਆ ਕੇ, ਇਹ ਮੈਂ ਕੋਈ ਸਿਆਸੀ ਗੱਲਾਂ ਨਹੀਂ ਕਰ ਰਿਹਾ, ਰੋਜ਼ ਆ ਕੇ ਖੜੇ ਹੁੰਦੇ ਸੀ, ਰੋਜ਼ ਆ ਕੇ ਗੱਲ ਕਰਦੇ ਸੀ, ਤਾਂ ਮੈਨੂੰ ਇਹ ਵੀ ਪਤਾ ਲੱਗਿਆ ਵੀ ਕਿਤੇ ਪੈਸੇ ਦੀ ਬਹੁਤ, ਕਹਿੰਦਾ ਕੋਈ ਜ਼ਿਆਦਾ ਰਾਸ਼ੀ ਨਹੀਂ ਗੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ। ਪਰ ਜਦੋਂ ਲੋਕਾਂ ਨੇ ਦੇਖਿਆ ਵੀ ਇਸ ਤਰੀਕੇ ਨਾਲ ਇਹ ਸੇਵਾ ਹੋ ਰਹੀ ਹੈ ਦਿੱਲੀ 'ਚ ਤਾਂ ਹਰ ਜਾਤ ਪਾਤ, ਹਰ ਸਟੇਟ ਦਾ ਬੰਦਾ ਹੈ, ਹਰ ਮੁਲਕ ਦਾ ਬੰਦਾ ਹੈ ਉਰੇ ਦਾ। ਤੇ ਜਦੋਂ ਜਿਹੜਾ ਵੀ ਬੰਦਾ ਤਾਮਿਲਨਾਡੂ ਜਾਂਦਾ ਸੀ, ਕਿ ਆਂਧਰਾ ਪ੍ਰਦੇਸ਼ ਜਾਂਦਾ ਸੀ ਉਰਿਓਂ ਲੰਗਰ ਛਕ ਕੇ, ਤੇ ਉਹ ਉੱਥੇ ਜਾ ਕੇ ਗੱਲ ਆਪਣੀ ਸਟੇਟ 'ਚ ਕਰਦਾ ਸੀ। ਤੇ ਇਸ ਤਰੀਕੇ ਨਾਲ ਅੱਜ ਪੈਸੇ ਦੀ ਲਾਈਨਾਂ ਲੱਗੀਆਂ, ਕੋਈ ਘਾਟ ਨਹੀਂ। 50-50 ਲੱਖ ਰੁਪਈਆ ਜਿਹੜਾ ਹੈ ਉਹ, ਕਿਉਂਕਿ ਧਰਮ ਦਾ ਤਾਂ ਸਿੱਖੀ 'ਚ ਕੋਈ, ਮੈਂ ਸਮਝਦਾ ਮਜ਼ਹਬ ਦਾ ਕਿਸੇ ਦਾ ਗੱਲ ਹੀ ਕੋਈ ਨਹੀਂ ਨਾ, ਇੱਥੇ ਤਾਂ ਸਾਰੇ ਇੱਕ ਨੇ। ਤੇ 50-50 ਲੱਖ ਦਾ ਹਿੰਦੂ ਭਾਈਚਾਰੇ ਨੇ ਚੈੱਕ ਦਿੱਤੇ ਆ, ਇਕੱਲੇ ਬੰਦੇ ਨੇ। ਮੁਸਲਮਾਨ ਭਾਈਚਾਰੇ ਦੇ, ਉਹਨਾਂ ਨੇ 10-10 ਲੱਖ ਦੇ ਚੈੱਕ ਦਿੱਤੇ। ਤੇ ਜਿਹੜੀਆਂ ਬਾਹਰਲੇ ਲੋਕ ਨੇ, ਉਹਨਾਂ ਨੇ ਪੈਸਾ ਜਿਹੜਾ ਹੈ, ਕੋਈ ਬੇਸਾਬਾ ਪੈਸਾ ਹੈ ਜਿਹੜਾ, ਉਹ ਵੀ ਲੰਗਰ ਨਹੀਂ ਬੰਦ ਹੋਣਾ ਚਾਹੀਦਾ। 60 ਦਿਨ ਤੋਂ ਉੱਤੇ ਹੋ ਗਏ, ਉਹ ਲੰਗਰ ਦੀ ਸੇਵਾ ਇਸ ਤਰੀਕੇ ਨਾਲ ਚੱਲ ਰਹੀ ਆ ਵੀ ਕੋਈ ਕਮੀ ਹੋਣੀ ਵਾਲੀ। ਦੂਜੇ ਪਾਸੇ ਲਾ ਲਓ ਡੇਰਾ ਬਿਆਸ, ਮੈਂ ਸਮਝਦਾ ਜਿੰਨੀ ਉਹਨਾਂ ਦੀ ਤਾਰੀਫ ਕੀਤੀ ਜਾਵੇ ਬਾਬਾ ਜੀ ਦੀ, ਉਦਣ ਹੀ ਖੋਲ ਤੇ ਲੁਧਿਆਣੇ 'ਚ ਸਾਨੂੰ ਸਭ ਤੋਂ ਪਹਿਲਾਂ ਮਾਈਗ੍ਰੈਂਟ ਲੇਬਰ ਵਾਲੀ ਤਕਲੀਫ ਆਈ, ਕਿਉਂਕਿ ਸਭ ਤੋਂ ਵੱਧ ਪ੍ਰਵਾਸੀ ਉੱਥੇ ਆ। ਉਦੋਂ ਹੀ ਉਹਨਾਂ ਨੇ ਆਪਣੇ ਸਾਰੇ ਦੇ ਸਾਰੇ ਕਿਹਾ
ਵੀ ਜਿੰਨੇ ਵੀ ਬੰਦੇ ਨੇ ਉਹ ਡੇਰੇ ਵਾਲੀ ਜਗ੍ਹਾ 'ਚ ਠਹਿਰਾਓ, ਰਹਿਣ ਦਾ, ਖਾਣ ਦਾ, ਡਾਕਟਰੀ ਦਾ ਅਸੀਂ ਇੰਤਜ਼ਾਮ ਕਰਾਂਗੇ। ਤੇ ਉਦਣ ਦਾ ਉਹ ਚੱਲ ਰਿਹਾ 60 ਦਿਨ। ਤੇ ਤਕਰੀਬਨ ਮੈਂ ਹੁਣੀ ਪੁੱਛ ਰਿਹਾ ਸੀ ਵੀ ਟੋਟਲ ਕਿੰਨਾ ਜਿਹੜਾ ਹੈ ਉਹ ਪ੍ਰਬੰਧ ਆ ਜਿਹੜਾ ਚੱਲ ਰਿਹਾ ਹੈ। ਤੇ ਤਕਰੀਬਨ ਜਿਹੜਾ 3.5 ਲੱਖ ਜਿਹੜਾ ਇਹ ਪੈਕੇਟ ਆ ਜਿਹੜਾ ਉਹ ਅਲੱਗ-ਅਲੱਗ ਜਿਹੜਾ ਹੈ ਉਹ ਜਿੱਥੇ ਵੀ ਡੇਰੇ ਬਣੇ ਹੋਏ ਨੇ ਅਲੱਗ-ਅਲੱਗ ਜਗ੍ਹਾ ਤਕਰੀਬਨ 3.5 ਲੱਖ ਪੈਕੇਟ ਆ ਜਿਹੜਾ ਉਹ ਰਾਧਾ ਸੁਆਮੀ ਡੇਰਿਆਂ 'ਚ ਬਣ ਰਿਹਾ ਰੋਜ਼ਾਨਾ। ਤੇ ਤਕਰੀਬਨ 1,25,000 ਜਿਹੜਾ ਪੈਕੇਟ ਆ ਉਹ ਡੇਰਾ ਬਿਆਸ ਤੋਂ ਜਿਹੜਾ ਹੈ ਉਹ ਰੋਜ਼ ਮੇਨ ਡੇਰੇ ਤੋਂ ਬਣ ਕੇ ਆਉਂਦਾ। ਤਕਰੀਬਨ 4,75,000 ਜਿਹੜੇ ਪੈਕੇਟ ਨੇ ਲੋਕਾਂ ਦੇ ਢਿੱਡਾਂ 'ਚ ਜਿਹੜਾ ਹੈ ਉਹ ਅੰਨ ਪਹੁੰਚਾ ਰਹੇ ਆ ਇਹ ਡੇਰਾ ਬਿਆਸ ਦੀ। ਇਸੇ ਤਰੀਕੇ ਨਾਲ ਹੋਰ ਗੱਲ ਜੇ ਮੈਂ ਡੇਰਿਆਂ ਦੀ ਕਰਾਂ, ਗੁਰਦੁਆਰੇ ਸਭਾਨਾਂ ਦੀ ਕਰਾਂ, NGOs ਦੀ ਕਰਾਂ, ਮਤਲਬ ਕਿਸੇ ਨੇ ਕੋਈ ਕਮੀ ਨਹੀਂ ਛੱਡੀ। ਮੰਦਰ ਕਮੇਟੀਆਂ ਦੀ ਗੱਲ ਕਰਾਂ ਤੇ ਪਰ ਇੱਕ ਗੱਲ ਮੈਂ ਨਹੀਂ ਕਹਿੰਦਾ, ਪਰ ਮੇਰੇ ਇਹ ਵਿਚਾਰ ਜ਼ਰੂਰ ਇਹਨਾਂ ਨਾਲੋਂ ਸਭ ਤੋਂ ਜਿਹੜੀ ਵੱਡੀ ਕਮੇਟੀ ਆ ਇਹਨੂੰ ਨਾ ਧਰਮ ਨਾਲ ਜੋੜਨ, ਨਾ ਇਹਨੂੰ ਅਕਾਲ ਤਖਤ ਸਾਹਿਬ ਉਹ ਅਲੱਗ ਨੇ, ਹਰਮੰਦਰ ਸਾਹਿਬ ਅਲੱਗ ਨੇ। ਉਹਨਾਂ ਆ ਜਿਹੜਾ ਕੁਛ ਸਾਰਾ ਕੁਝ ਹੋ ਰਿਹਾ ਇਹ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਹੋ ਰਿਹਾ, 10 ਗੁਰਾਂ ਦੀ ਕਿਰਪਾ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਹੋ ਰਿਹਾ। ਜੇ ਕੋਈ ਵੀ ਕਿਤੇ ਕੋਈ ਲੰਗਰ ਇੱਕ ਤਿਣਕਾ ਵੀ ਕਿਸੇ ਨੂੰ ਛਕਾ ਰਿਹਾ ਤੇ ਇਹ ਉਸ ਗੁਰੂ ਨਾਨਕ ਦੇਵ ਜੀ ਦੀ ਪ੍ਰਥਾ ਕਰਕੇ, ਉਹਨਾਂ ਦੇ ਆਸ਼ੀਰਵਾਦ ਕਰਕੇ। ਪਰ ਜਿਹੜੀ ਗੱਲ ਗਵਰਨਮੈਂਟ ਨੇ ਆਪਣਾ ਕੰਮ ਕੀਤਾ, ਇੱਕ ਗੱਲ ਇਹ 'ਚ ਕਮੀ SGPC ਦੱਸ ਸਕਦੀ ਆ ਵੀ ਜਿਹੜੀ ਸਭ ਤੋਂ ਵੱਡੀ ਸੰਸਥਾ ਹੈ SGPC, ਜਿਹਦਾ ਤਕਰੀਬਨ 45 ਕਰੋੜ ਰੁਪਈਆ ਮੁਲਾਜ਼ਮਾਂ ਦੀ ਤਨਖਾਹਾਂ 'ਚ ਜਾਂਦਾ ਹੈ, ਇਕੱਲੇ ਜਿਹੜੇ ਗੁਰਦੁਆਰੇ ਸਾਹਿਬਾਨਾਂ ਦੇ ਮੁਲਾਜ਼ਮ ਨੇ, ਸਕੂਲਾਂ ਦੇ, ਹਸਪੀਟਲਸ ਦੇ, ਜਾਂ ਜਿਹੜੇ ਉਹ ਅਲੱਗ ਆ। ਤੇ ਉਸ ਗੁਰੂ ਘਰਾਂ 'ਚ ਲੰਗਰ ਚੱਲੇ, ਲੰਗਰ ਚੱਲ ਰਹੇ ਆ, ਚੱਲਦੇ ਰਹਿਣੇ ਆ। ਉਹ ਕਦੇ ਗੁਰੂ ਘਰਾਂ 'ਚ ਕੋਈ ਕਿਸੇ ਚੀਜ਼ ਦੀ ਕੋਈ ਥੋੜ ਨਹੀਂ, ਕੋਈ ਕਮੀ ਨਹੀਂ। ਪਰ ਮੇਰਾ ਕੁਐਸਚਨ ਇਸ ਵੇਲੇ ਅਕਾਲੀ ਦਲ BJP ਤੇ ਜਿਹਦਾ ਕਬਜ਼ਾ ਇਸ ਵੇਲੇ SGPC ਤੇ। ਇਹ ਮੇਰੇ ਦਿਮਾਗ 'ਚ ਕਿਉਂ ਗੱਲ ਆਈ ਜਦੋਂ ਸੁਖਬੀਰ ਸਿੰਘ ਬਾਦਲ ਆ ਪਿਛਲੇ ਦਿਨਾਂ 'ਚ, ਜਾਂ ਇਹਨਾਂ ਦੇ ਸਾਰੇ ਆਗੂ ਜਦੋਂ ਆਟੇ ਦੇ, ਕਣਕ ਦੇ ਟਰੱਕ ਭੇਜੇ, ਜਾਂ ਪਿੰਡ-ਪਿੰਡ ਇਹਨਾਂ ਦੇ ਲੀਡਰਸ਼ਿਪ ਨੇ ਕਣਕ ਆਪਣੇ ਲੋਕਾਂ ਨੂੰ ਕਿਹਾ ਵੀ ਕਣਕ ਜਾਂ ਆਟਾ ਜਿਹੜਾ ਉਹ ਭੇਜੋ। ਮੈਂ ਹੈਰਾਨ ਆ ਵੀ ਦੇਖੋ ਕਿੰਨਾ ਵੱਡਾ ਵਿਸ਼ਵਾਸ ਲੋਕਾਂ ਦਾ ਜਿਹੜਾ ਹੈ ਉਹ ਇਹਨਾਂ ਦੇ ਉੱਤੇ ਉੱਠ ਗਿਆ, SGPC ਤੇ ਉੱਠ ਗਿਆ। ਜਦੋਂ ਗੁਰੂ ਘਰ 'ਚ ਲੋਕ ਜਾਂਦੇ ਆ, ਮੱਥਾ ਟੇਕਦੇ ਆ, ਉਹ ਟੇਕਣਾ ਹੀ ਟੇਕਣਾ ਹੈ ਉਸ ਗੁਰੂ ਦੇ ਘਰ। ਤੇ ਗੁਰੂ ਦੇ ਘਰ ਜਿਹੜੇ ਜਿਹਦ ਦਿੱਤਾ ਹੈ ਉਹ ਗੁਰੂ ਨੇ ਦਿੱਤਾ, ਤੇ ਉਹ ਲੋਕਾਂ ਨੇ ਦੁਸਾਂਝ ਕੱਢਣ ਦਾ ਜਿਹੜਾ ਹੁਕਮ ਆ ਉਹ ਕਰਨਾ। ਪਰ ਮੈਂ SGPC ਦੀ ਗੱਲ ਕਰ ਰਿਹਾ ਵੀ ਉਹਨਾਂ ਨੇ ਕੀ ਕੀਤਾ। ਮੈਂ ਮੰਨਿਆ ਪਹਿਲੇ 10 ਦਿਨ 15 ਦਿਨ ਉਹਨਾਂ ਨੇ ਲੰਗਰ ਚਲਾਇਆ, ਸਭ ਤੋਂ ਵੱਡੀ ਸੰਸਥਾ ਹੋਵੇ ਸਿੱਖਾਂ ਦੀ, ਤੇ ਅੱਜ ਉਹਨੂੰ ਲੋੜ ਪੈ ਜੇ ਇਹ ਗੱਲ ਕਹਿਣ ਦੀ, ਜੇ ਉਹ ਹਰ ਜਗ੍ਹਾ ਉਹਨਾਂ ਦੇ ਲੰਗਰ ਚੱਲਦੇ ਹੁੰਦੇ ਤੇ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ 'ਚ ਕਹਿ ਕੇ ਮਜੀਠੀਆ ਸਾਹਿਬ ਬੈਠ ਕੇ ਕੱਲਾ ਪੈਕੇਟ ਦੇਖਦੇ, ਉੱਥੇ ਪਹੁੰਚਾਉਂਦੇ ਆਪਣੀ ਨਿਗਰਾਨੀ ਹੇਠ, ਹਰਸਿਮਰਤ ਬੀਬੀ ਬਠਿੰਡੇ ਬੈਠੇ ਹੁੰਦੇ, ਤੇ ਹੋਰ ਲੀਡਰਸ਼ਿਪ ਅਲੱਗ-ਅਲੱਗ ਉਹਨਾਂ ਦੀ ਡਿਊਟੀਆਂ ਹੁੰਦੀਆਂ, ਜਿਹੜੇ ਇਹਨਾਂ ਦੇ ਜਨਰਲ ਸੈਕਟਰੀ ਸਾਹਿਬਾਨ ਨੇ, ਤੇ ਲੋਕਾਂ ਨੂੰ ਪਤਾ ਲੱਗਦਾ ਵੀ ਆਹ ਸੇਵਾ ਹੈ ਜਿਹੜੀ ਇਸ ਤਰੀਕੇ ਨਾਲ ਕੀਤੀ ਜਾ ਰਹੀ ਹੈ। ਸਾਡੇ SGPC ਜਿਹੜੇ ਮੈਂਬਰ ਨੇ, ਤੁਸੀਂ, ਮੈਂ ਇਹ ਗੱਲ ਕਿਉਂ ਕਹਿ ਰਿਹਾ ਵੀ ਇੱਕ ਦਿੱਲੀ ਦੀ ਛੋਟੀ ਕਮੇਟੀ ਜਿੱਥੇ ਕੋਈ ਕਮੀ ਨਹੀਂ, ਡੇਰਾ ਬਿਆਸ ਕੋਈ ਕਮੀ ਨਹੀਂ, ਹੋਰ ਕਿਤੇ ਕੋਈ ਕਮੀ ਨਹੀਂ, SGPC ਦੇ ਤੁਹਾਡੇ ਕੋਲ ਕਿਉਂ ਜਿਹੜੀ ਉਹ ਰਸਦ ਆ ਜਿਹੜੀ ਉਹ ਮੁੱਕ ਗਈ? ਕਿਉਂ ਤੁਹਾਨੂੰ
ट्रक आप ਜਿਹੜੇ ਆ ਉਹ ਪਿੰਡਾਂ 'ਚੋਂ ਮੰਗਣੇ ਪਏ, ਲੈ ਕੇ ਜਾਣੇ ਪਏ। ਇਹ ਮੈਂ ਕਿਉਂ ਕਹਿ ਰਿਹਾ ਵੀ ਜੇ ਤੁਸੀਂ ਕਰਕੇ ਦਿਖਾਇਆ ਹੁੰਦਾ SGPC ਜਦੋਂ ਮੰਡੀਆਂ 'ਚ ਆ ਹੁਣ ਕੱਲੀ ਮੰਡੀ ਲੱਗੀ ਆ, ਕਣਕ ਵੇਚਣ ਹਰ ਕਿਸਾਨ ਆਇਆ, ਜੇ ਤੁਹਾਡੇ ਇੱਕ ਟੈਂਟ ਲੱਗਿਆ ਹੁੰਦਾ ਹਰ ਮੰਡੀ 'ਚ SGPC ਵੱਲੋਂ, ਠੰਡਾ ਪਾਣੀ ਪਿਲਾਇਆ ਜਾਂਦਾ, ਲੰਗਰ ਛਕਾਇਆ ਜਾਂਦਾ, ਤਾਂ ਕਿਹੜਾ ਕਿਸਾਨ ਆ ਜਿਹੜਾ ਉਸੇ ਵੇਲੇ ਉੱਥੇ ਹਿੱਸਾ ਤੁਹਾਨੂੰ ਆ ਲੋੜ ਪੈਂਦੀ ਮੰਗਣ ਦੀ, ਉਸੇ ਵੇਲੇ ਆਪਣਾ ਹਿੱਸਾ ਉਦੋਂ ਵੱਧ ਮੰਡੀ 'ਚ ਉਸੇ ਜਿੱਥੇ ਟੈਂਟ ਲਾਇਆ ਹੋਊਗਾ ਉੱਥੇ ਹੀ ਦੇ ਕੇ ਜਾਂਦਾ, ਜਿਹਨੇ ਲੰਗਰ ਛਕ ਕੇ ਜਾਣਾ ਸੀ, ਤੇ ਉੱਥੇ ਅੰਬਾਰ ਲੱਗ ਜਾਂਦੇ। ਹਰ ਮੰਡੀ 'ਚ ਤੁਸੀਂ SGPC ਦਾ ਮੈਂਬਰ ਨੇ ਜਿਹੜੇ ਉਹ ਬੈਠੇ ਹੁੰਦੇ, ਉਹਨਾਂ ਨੇ ਲੰਗਰ ਲਾਇਆ ਹੁੰਦਾ, ਪਰ ਕਿਸੇ ਨੇ ਨਹੀਂ। ਦੂਜੀ ਗੱਲ, ਜਦੋਂ ਇਹ ਗੱਲ ਤੁਸੀਂ ਕੀਤੀ ਵੀ, ਤੁਸੀਂ ਕਹਿ ਰਹੇ ਹੋ ਸਰਕਾਰ ਨੇ ਜਿਹੜਾ ਹੈ ਉਹ ਕਾਂਗਰਸ ਪਾਰਟੀ ਦੇ ਜਿਹੜੇ ਆ ਉਹ ਕੌਂਸਲਰ, ਉਹ ਸਰਪੰਚਾਂ ਨੂੰ ਰਾਸ਼ਨ ਦਿੱਤਾ, ਤੇ ਤੁਸੀਂ ਚੰਦ ਦਿਨ ਕੀ ਕੀਤਾ? ਜੇ ਮੈਂ ਝੂਠ ਬੋਲਦਾ ਤੁਸੀਂ ਮੈਨੂੰ ਇਹਦਾ ਜਵਾਬ ਦੇ ਦਿਓ। ਤੁਸੀਂ ਆਲਮਗੀਰ ਸਾਹਿਬ ਚੋਂ, ਸਾਡੇ ਗੁਰਦੁਆਰਾ ਸਾਹਿਬ ਨੇ, ਹੋਰ ਸਾਰੇ ਗੁਰਦੁਆਰਾ ਸਾਹਿਬ ਨੇ, ਉੱਥੋਂ ਜੇ ਰਾਸ਼ਨ ਬਣ ਕੇ ਗਿਆ ਏ ਜਾਂ ਲੰਗਰ ਬਣ ਕੇ ਗਿਆ ਏ, ਤਾਂ ਉਹ ਕਿਹਦੇ ਕੋਲ ਗਿਆ ਏ? ਤੁਹਾਡੇ ਜ਼ਿਲ੍ਹੇ ਪ੍ਰਧਾਨਾਂ ਕੋਲ ਗਿਆ ਏ, ਤੁਹਾਡੇ ਹਲਕਾ ਇੰਚਾਰਜਾਂ ਕੋਲ ਗਿਆ ਏ, ਤੁਹਾਡੇ MLA ਕੋਲ ਗਿਆ ਏ। ਇਹੀ ਚੀਜ਼ ਨੂੰ ਦੇਖਦੇ ਹੋਏ SGPC ਨੇ, ਕਈਆਂ ਨੇ ਇਹ ਫੈਸਲਾ ਲਿਆ ਵੀ ਨਹੀਂ, ਇਹ ਪੋਲੀਟੀਕਲ ਯੂਜ਼ ਹੋ ਰਿਹਾ, ਇਹਨੂੰ ਜਿਹੜਾ ਗੁਰਦੁਆਰਾ ਸਾਹਿਬਾਂ ਦਾ ਰਾਸ਼ਨ ਆ, ਲੰਗਰ ਆ ਲੋਕਾਂ ਦਾ ਦਿੱਤਾ ਹੋਇਆ, ਇਹਨੂੰ ਮਿਸਯੂਜ਼ ਕੀਤਾ ਜਾ ਰਿਹਾ, ਇਹਨੂੰ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਆਪਣੀ ਮਰਜ਼ੀ ਨਾਲ ਵਰਤ ਰਹੀਆਂ। ਤੇ ਉਹ ਕਈ ਲੋਕਾਂ ਨੇ, ਉਹ ਮੈਨੂੰ ਇਸ ਦੀ ਖਬਰ ਆ ਵੀ ਉਹ ਭੇਜਣੇ ਪੈਕੇਟ ਲਿਫਾਫੇ ਆ ਜਿਹੜੇ ਉਹਨਾਂ ਨੇ SGPC ਵੱਲੋਂ ਬੰਦ ਕਰਵਾਏ। ਤੇ ਅੱਜ ਤੁਸੀਂ ਤਾਂ ਰਿਕਾਰਡ ਬਣਾ ਦਿੰਦੇ, ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਨਾਮ ਆਉਂਦਾ ਵੀ SGPC ਜਿਨ੍ਹਾਂ ਦੇ ਥੱਲੇ ਇੰਨੇ ਗੁਰਦੁਆਰੇ ਸਾਹਿਬਾਨ ਜਿਹੜੇ ਆ, ਉਹਨਾਂ ਦਾ ਪ੍ਰਬੰਧ ਆ, ਗੁਰਦੁਆਰੇ ਸਾਹਿਬ ਤਾਂ ਉਹ ਗੁਰੂ ਦੇ ਨੇ, ਪਰ ਉਹਨਾਂ ਦਾ ਪ੍ਰਬੰਧ, ਜਿੰਨੇ ਮੁਲਾਜ਼ਮ, ਜਿੰਨੇ SGPC ਮੈਂਬਰ, ਮੈਂ ਸਮਝਦਾ ਰਿਕਾਰਡ ਬਣ ਜਾਂਦਾ। ਇੰਨੇ ਨੇ ਲੰਗਰ ਤੁਸੀਂ ਹਰ ਜਗ੍ਹਾ ਲਾ ਦਿੰਦੇ, ਲੋੜ ਪੈਂਦੀ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਜਾਣ ਦੀ। ਇਹ ਤਾਂ ਅੱਜ ਤੱਕ ਪ੍ਰਥਾ ਹੈ ਸਾਡੀ ਵੀ ਰੋਜ਼ ਲੱਖਾਂ ਕਰੋੜ ਲੋਕ ਗੁਰਦੁਆਰਾ ਸਾਹਿਬਾਨਾਂ ਜਾ ਕੇ ਆਪਣਾ ਢਿੱਡ ਭਰਦੇ ਆ, ਲੰਗਰ ਛਕਦੇ, ਤੇ ਤੁਸੀਂ 15 ਦਿਨ ਬਾਅਦ ਹੱਥ ਖੜੇ ਕਰਦੇ। ਉਦੋਂ ਬਾਅਦ ਮੈਨੂੰ ਦੇਖੋ, ਮੈਂ ਇਹ ਗੱਲ ਕਿਉਂ ਕਰ ਰਿਹਾ ਵੀ ਜਿਹੜਾ ਲੋਕਾਂ ਦਾ ਵਿਸ਼ਵਾਸ ਆ, ਤੁਹਾਨੂੰ ਕਿਸੇ ਨੇ ਪੈਸਾ ਨਹੀਂ ਦਿੱਤਾ, ਕਿਸੇ ਨੇ ਤੁਹਾਨੂੰ ਕੋਈ ਰਸੀਦ ਨਹੀਂ ਦਿੱਤੀ, ਕੋਈ ਰਾਸ਼ਨ ਨਹੀਂ ਦਿੱਤਾ। ਕਿਉਂ ਨਹੀਂ ਦਿੱਤਾ? ਕਿਉਂਕਿ ਵਿਸ਼ਵਾਸ, ਸਭ ਤੋਂ ਵੱਡਾ ਵਿਸ਼ਵਾਸ, ਲੋਕਾਂ ਨੂੰ ਵਿਸ਼ਵਾਸ ਹੀ ਨਹੀਂ। ਜੇ ਤੁਹਾਡੇ ਕੋਲ ਸੱਚੀ ਪੈਸਾ ਹੈ ਨਹੀਂ ਸੀ, ਖਤਮ ਹੋ ਗਿਆ ਸੀ, ਤਾਂ ਵੀ ਕਿਸੇ ਨੇ ਮੰਨਣਾ ਨਹੀਂ ਸੀ, ਕਿਉਂਕਿ ਤੁਹਾਡੇ ਤੇ ਵਿਸ਼ਵਾਸ ਹੀ ਹੈ ਨਹੀਂ, ਤੁਹਾਨੂੰ ਕੋਈ ਦੇਣ ਨੂੰ ਹੀ ਤਿਆਰ ਨਹੀਂ। ਇੱਕ ਪਾਸੇ 4000 ਸ਼ਰਧਾਲੂ ਰਿਹਾ ਨੰਦੇੜ ਸਾਹਿਬ ਬਾਬਾ ਜੀ ਦੇ, ਤੇ ਦੇਖੋ ਕਿਸ ਤਰੀਕੇ ਨਾਲ ਉਹਨਾਂ ਨੇ ਸੇਵਾ ਕੀਤੀ, ਕਿਸ ਤਰੀਕੇ ਨਾਲ ਰੋਜ਼ਾਨਾ ਟਰੱਕ ਦੇ ਟਰੱਕ ਭਰੇ ਜਿਹੜੇ ਉੱਥੇ ਜਾਂਦੇ, ਚਾਹੇ ਉਹ ਦੇਸੀ ਘੀ ਦੇ ਹੋਣ, ਚਾਹੇ ਉਹ ਕਣਕ ਦੇ ਹੋਣ, ਚਾਹੇ ਚਾਵਲ ਦੇ ਹੋਣ, ਕਿਸੇ ਚੀਜ਼ ਦੇ ਹੋਣ। ਤੁਹਾਡੇ ਕੋਲ ਕਿਉਂ ਤੰਗੀ ਆ ਗਈ? ਤੁਹਾਨੂੰ ਕਿਉਂ ਇਹ 60 ਦਿਨਾਂ ਦੇ ਅੰਦਰ ਅੰਦਰ ਹੀ ਜਿਹੜੇ ਉਹ ਆਪ ਟਰੱਕ ਭਰ ਕੇ ਸੁਖਬੀਰ ਸਿੰਘ ਬਾਦਲ ਝੰਡੀ ਦੇ ਰਹੇ ਆ, ਤੇ ਪਾਰਟੀ ਕੇਡਰ ਨੂੰ ਦੱਸ ਰਿਹਾ ਵੀ ਭੇਜੋ। ਲੋਕ ਤਾਂ ਜਿਹੜਾ ਚਲਾ ਰਹੇ ਨੇ ਲੰਗਰ ਸਾਰੇ ਬੰਦ ਕਰਕੇ ਤੁਹਾਨੂੰ ਦਿੰਦੇ ਵੀ ਆਹ ਲਓ ਜੀ, ਤੁਸੀਂ SGPC ਆ, ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਕਰੋ ਸੇਵਾ, ਵੱਧ ਤੋਂ ਵੱਧ ਕਰ ਰਹੇ ਹੋ, ਜਦ ਕਿਤੇ ਦਿਖਿਆ ਹੀ ਨਹੀਂ ਕੁਛ। ਸਿਰਫ ਲੜਾਈ ਸਰਕਾਰ ਦੇ ਨਾਲ, ਤਾਨੇ ਮਿਹਨੇ, ਇਦੋਂ ਵੱਧ ਕੁਛ ਨਹੀਂ ਕੀਤਾ। ਤੇ ਇਸ ਕਰਕੇ ਇਹ ਵਿਸ਼ਵਾਸ ਤੁਹਾਨੂੰ ਬਣਾਉਣਾ ਪਊ SGPC। ਮੈਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦਾ, ਤੁਹਾਨੂੰ ਦੁਬਾਰਾ ਇਹ SGPC ਮੈਂਬਰ ਸਾਹਿਬਾਨ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਾਂ ਤਾਂ ਚੰਗਾ ਕੰਮ ਕਰਕੇ ਦਿਖਾਓ, ਫਿਰ ਲੋਕ ਆਪ ਦਿੰਦੇ ਨੇ, ਜਿਹੜਾ ਕਿ ਤੁਹਾਨੂੰ ਨਹੀਂ ਦਿੰਦੇ।
ਫਿਰ ਜੇ ਨਹੀਂ ਦਿੰਦੇ ਤਾਂ ਹੱਥ ਜੋੜ ਕੇ ਮੰਗ ਲਓ, ਨੀਵੇਂ ਹੋ ਕੇ ਮੰਗ ਲਓ ਵੀ ਭਾਈ ਆਹ ਚੀਜ਼ ਦੀ ਲੋੜ ਆ। ਪਰ ਨਹੀਂ, ਤੁਸੀਂ ਤਾਂ ਐਡੇ ਵੱਡੇ ਬਣ ਚੁੱਕੇ ਹੋ, ਐਡਾ ਤੁਹਾਡੇ 'ਚ ਮੈਂ ਸਮਝਦਾ ਇਨਸਾਨੀਅਤ ਆ ਜਿਹੜੀ, ਉਹਨੂੰ ਤੁਸੀਂ ਜਿਹੜਾ ਹੈ ਕਿਤੇ ਨਾ ਕਿਤੇ ਮੈਂ ਸਮਝਦਾ ਭੁੱਲ ਚੁੱਕੇ। ਇਹ ਇੱਕ ਵੱਡੀ ਗੱਲ ਜਿਹੜੀ ਲੋਕ ਕਰਦੇ ਆ, ਜਿਹੜੀ ਮੈਂ ਤੁਹਾਡੇ ਮੂਹਰੇ ਅੱਜ ਰੱਖਣ ਲੱਗੀ, ਇਹ ਤਕਲੀਫ ਵਾਲੀ ਗੱਲ ਆ, ਦੁੱਖ ਵਾਲੀ ਗੱਲ ਆ ਵੀ ਕਿਉਂ ਇੱਕ ਪਾਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇੱਕ ਪਾਸੇ ਤੁਹਾਡੀ ਕਮੇਟੀ ਆ, ਜਿਨ੍ਹਾਂ ਨੂੰ ਅੱਜ ਟਰੱਕ ਆਪ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਰਵਾਨਾ ਕਰਨੇ ਪਏ ਨੇ। ਤੇ ਜੇ ਸਹੀ ਮਾਇਨੇ 'ਚ ਸੇਵਾ ਕੀਤੀ ਹੁੰਦੀ, ਵਿਸ਼ਵਾਸ ਲੋਕਾਂ ਦਾ ਹੁੰਦਾ, ਤਾਂ ਅੰਬਾਰ ਲੱਗੇ ਪਏ ਹੁੰਦੇ, ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ। ਪਰ ਇਹ ਮੈਂ ਨਹੀਂ ਕਹਿ ਰਿਹਾ, ਤਾਂ ਤੁਸੀਂ ਕਹਿ ਰਹੇ ਹੋ ਵੀ ਸਾਡੇ ਕੋਲ ਰਾਸ਼ਨ ਮੁੱਕ ਗਿਆ। ਸਾਡੇ ਕੋਲ SGPC ਦੇ ਪ੍ਰਧਾਨ ਲੌਂਗੋਵਾਲ ਸਾਹਿਬ, ਅਜੇ ਕੀ ਉਹਨਾਂ 'ਤੇ ਬੜੇ ਦੁੱਖ ਦੀ ਘੜੀ ਇਸ ਦੌਰਾਨ ਆਈ, ਪਰ ਉਹਨਾਂ ਨੇ ਆਪ ਕਿਹਾ ਹੈ ਵੀ ਜਲਦੀ ਤੋਂ ਜਲਦੀ ਗੁਰਦੁਆਰੇ ਸਮਾਨ ਖੋਲ੍ਹੋ, ਸਾਡੇ ਕੋਲ ਪੈਸੇ ਦੀ ਕਮੀ ਹੈ, ਤੰਗੀ ਹੈ। ਕਿਉਂਕਿ ਪੈਸਾ ਹੈ ਜਿਹੜਾ ਉਹ ਇੰਨਾ ਤਨਖਾਹਾਂ 'ਚ ਜਾ ਰਿਹਾ, ਇੰਨਾ ਹੋਰ ਚੀਜ਼ਾਂ 'ਚ ਪੈਸੇ ਦੀ ਇਹ ਨਹੀਂ ਕਮੀ, ਪਰ ਪੈਸਾ ਹੈ ਜਿਹੜਾ ਉਹ ਬਹੁਤ ਹੋਰ ਤਰੀਕੇ ਨਾਲ ਜਿਹੜਾ ਹੈ ਉਹ ਖਰਚਿਆ ਜਾ ਰਿਹਾ ਹੈ। ਲੋਕਾਂ ਦੀ ਸੇਵਾ 'ਚ ਤਾਂ ਖਰਚਿਆ ਹੀ ਨਹੀਂ ਜਾ ਰਿਹਾ ਪੈਸਾ। ਮੈਂ ਬਿਲਕੁਲ ਇਹ ਨਹੀਂ ਕਹਿੰਦਾ ਵੀ ਅੱਜ ਤੱਕ ਕੋਈ ਚੰਗੇ ਕੰਮ ਨਹੀਂ ਹੋਏ, ਬਹੁਤ ਵਧੀਆ ਕੰਮ SGPC ਨੇ ਕੀਤੇ ਆ, ਚੰਗੇ ਪ੍ਰਧਾਨ ਰਹੇ ਆ, ਤੁਸੀਂ ਵੀ ਚੰਗੇ ਹੋ, ਮੈਂ ਮਾੜਾ ਕਹਿਣਾ ਸ਼ਬਦ ਨਹੀਂ ਕਹਿੰਦਾ। ਪਰ ਮੈਂ ਇੱਕ ਗੱਲ ਮੇਰੇ ਮਨ 'ਚ ਜ਼ਰੂਰ ਆਈ ਸੀ ਵੀ ਇਸ ਗੱਲ ਨੂੰ ਕਿਵੇਂ ਦੂਰ ਕੀਤਾ ਜਾਣਾ। ਹੁਣ ਇਹ ਤੁਹਾਡੇ 'ਤੇ ਜ਼ਿੰਮੇਵਾਰੀ, ਇਹ ਤੁਹਾਡੇ ਮੂਹਰੇ ਚਾਨਣ ਹੋ ਗਿਆ, ਤੁਹਾਡੇ ਮੂਹਰੇ ਲੋਕਾਂ ਨੇ ਦਿਖਾਤਾ, ਲੋਕਾਂ ਨੇ ਆਪ ਆਪਣੇ ਗੁਰਦੁਆਰੇ ਸਮਾਨਾਂ 'ਚ ਆਪ ਲੋਕਾਂ ਨੇ ਲੰਗਰ ਲਾ ਲਏ, ਪਰ ਤੁਹਾਨੂੰ SGPC ਨੂੰ ਲੋਕਾਂ ਨੇ ਕੋਈ ਚੀਜ਼ ਆ ਜਿਹੜੀ ਉਹ ਨਹੀਂ ਦਿੱਤੀ। ਕਿਉਂ ਨਹੀਂ ਦਿੱਤੀ? ਕਿਉਂਕਿ ਤੁਹਾਡਾ ਵਿਸ਼ਵਾਸ ਲੋਕਾਂ ਨਾਲ ਟੁੱਟ ਗਿਆ। ਲੋਕਾਂ ਨੂੰ ਇਹ ਲੱਗਦਾ ਵੀ ਜੇ ਅਸੀਂ ਇੱਥੇ ਕੋਈ ਚੀਜ਼ ਦੇਵਾਂਗੇ ਤਾਂ ਇਹ ਲੇਖੇ ਨਹੀਂ ਲੱਗਣੀ। ਇਸ ਕਰਕੇ ਇਹ ਦੁਬਾਰਾ ਵਿਸ਼ਵਾਸ ਬਹੁਤ ਵੱਡਾ ਤੁਹਾਡੇ ਮੂਹਰੇ ਇੱਕ ਇਹ ਪ੍ਰੈਸ਼ਰ, ਕਿਉਂਕਿ ਇਸ ਵਿਸ਼ਵਾਸ ਨੂੰ ਦੁਬਾਰਾ ਬਣਾਉਣਾ, ਕਿਉਂਕਿ ਐਡੀ ਵੱਡੀ ਸੰਸਥਾ ਸਾਡੀ ਜਿਹੜੀ ਸਰਮੌਰ ਸੰਸਥਾ, ਉਹਨੂੰ ਬਣਾਉਣਾ, ਉਹਨੂੰ ਦੁਬਾਰਾ ਉਹਦਾ ਮਾਣ ਮਰਿਆਦਾ ਜਿਹੜੀ ਬਹੁਤ ਵੱਡੀ, ਉਹਨੂੰ ਰੱਖਣਾ, ਇਹ ਤੁਹਾਡਾ ਫਰਜ਼ ਆ। ਤੇ ਮੈਂ ਸਮਝਦਾ ਤੁਸੀਂ ਇਸ ਗੱਲ ਨੂੰ ਜ਼ਰੂਰ, ਤੁਸੀਂ ਵੀ ਚਿੰਤਤ ਹੋਵੋਗੇ, ਇਹ ਗੱਲ ਤੁਹਾਡੇ ਮੂਹਰੇ ਆਈ ਆ, ਤੇ ਇਸ ਗੱਲ ਨੂੰ ਤੁਸੀਂ ਆਉਣ ਵਾਲੇ ਦਿਨਾਂ 'ਚ ਇਹਨੂੰ ਦੂਰ ਕਰੋਗੇ। ਇਹੀ ਮੇਰੀ ਤੁਹਾਡੇ ਮੂਹਰੇ ਬੇਨਤੀ ਆ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, दैनिक सवेरा टीवी। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।